ਪਿਆਰੇ ਵਿਦਿਆਰਥੀਓ, ਅੱਜ ਅਸੀਂ 12ਵੀਂ ਜਮਾਤ ਦੀ ਇਲੈਕਟਿਵ ਪੰਜਾਬੀ ਦੀ ਪੁਸਤਕ ਆਪ ਬੀਤੀਆਂ ਦੇ ਵਿੱਚੋਂ ਪ੍ਰਿੰਸੀਪਲ ਤੇਜਾ ਸਿੰਘ ਦੀ ਸਵੈ ਜੀਵਨੀ ਆਰਸੀ ਦੇ ਵਿੱਚੋਂ ਲਿਆ ਗਿਆ ਅੰਸ਼ ਮੁੱਢਲੀ ਅਵਸਥਾ ਤੇ ਮਿਡਲ ਦੀ ਪੜ੍ਹਾਈ ਦੇ ਪ੍ਰਸ਼ਨਾਂ ਉੱਤਰਾਂ ਬਾਰੇ ਵਿਚਾਰ ਚਰਚਾ ਕਰਾਂਗੇ। ਪ੍ਰਸ਼ਨ ਪਹਿਲਾ, ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ ਕਿ ਮੈਂ ਇਸ ਜ਼ਿੰਦਗੀ ਦੇ ਨਾਲ ਰਾਜ਼ੀ ਨਹੀਂ ਸਾਂ। ਦੱਸੋ ਇਹ ਜ਼ਿੰਦਗੀ ਕਿਸ ਤਰ੍ਹਾਂ ਦੀ ਸੀ। ਲੇਖਕ ਦੇ ਮਾਤਾ ਪਿਤਾ ਨੇ ਉਸ ਨੂੰ 5ਵੀਂ ਪਾਸ ਕਰਨ ਮਗਰੋਂ ਪੜ੍ਹਨੋਂ ਹਟਾ ਲਿਆ। ਇਸ ਤੋਂ ਮਗਰੋਂ ਗੁਜ਼ਾਰੀ 2 ਸਾਲ ਦੀ ਜ਼ਿੰਦਗੀ ਦੇ ਨਾਲ ਉਹ ਰਾਜ਼ੀ ਨਹੀਂ ਸੀ, ਜਿਸ ਵਿੱਚ ਉਸਨੇ ਡੰਗਰ ਚਾਰਨ, ਹੱਟੀ ਕਰਨ, ਆਟਾ ਪਿਸਾਉਣ ਤੇ ਬਾਲਣ ਲਿਆਉਣ ਆਦਿ ਪੇਂਡੂ ਕੰਮ ਕੀਤੇ। ਡੰਗਰ ਚਾਰਦਾ ਹੋਇਆ ਉਹ ਬਾਗੀਆਂ ਨੂੰ ਕਿੱਸੇ ਪੜ੍ਹ ਕੇ ਵੀ ਸੁਣਾਉਂਦਾ ਹੁੰਦਾ ਸੀ ਤੇ ਮਸ਼ਹੂਰ ਆਲਮ ਜੰਤਰੀ ਤੋਂ ਜੋਤਿਸ਼ ਲਾ ਕੇ ਵੀ ਦੱਸਦਾ ਸੀ। ਲੇਖਕ ਇਸ ਜ਼ਿੰਦਗੀ ਨੂੰ ਛੱਡ ਕੇ ਉੱਚੀ ਤੋਂ ਉੱਚੀ ਪੜ੍ਹਾਈ ਕਰਕੇ ਅਧਿਆਪਕ ਬਣਨਾ ਚਾਹੁੰਦਾ ਸੀ। ਪ੍ਰਸ਼ਨ ਦੂਸਰਾ, ਪ੍ਰਿੰਸੀਪਲ ਤੇਜਾ ਸਿੰਘ ਅਤੇ ਤਾਇਆ ਜਗਨਨਾਥ ਆਟਾ ਪਿਸਾ ਕੇ ਵਾਪਸ ਆਉਂਦਿਆਂ ਰਾਤ ਨੂੰ ਜਦੋਂ ਸਿਵਿਆਂ ਕੋਲੋਂ ਲੰਘ ਰਹੇ ਸਨ ਤਾਂ ਕਿਹੜੀ ਘਟਨਾ ਵਾਪਰੀ। ਇਸ ਘਟਨਾ ਨੂੰ ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਉੱਤਰ, ਇੱਕ ਵਾਰੀ ਪ੍ਰਿੰਸੀਪਲ ਤੇਜਾ ਸਿੰਘ ਤੇ ਤਾਇਆ ਜਗਨਨਾਥ ਸੂਹਾਂ ਵਿੱਚ ਲੱਗੇ ਜੰਦਰੇ ਤੋਂ ਆਟਾ ਪਿਹਾ ਕੇ ਰਾਤ ਦੇ 2 ਵਜੇ ਆਪਣੀ ਆਪਣੀ ਬੋਰੀ ਚੁੱਕ ਕੇ ਪਿੰਡ ਨੂੰ ਚੱਲ ਪਏ। ਰਾਹ ਵਿੱਚ ਸਿਵੇ ਆਉਣੇ ਸਨ, ਜਿੱਥੇ ਅਰਬੀ ਪੜ੍ਹਾਉਣ ਵਾਲਾ ਚੰਦਰਪਾਨ ਸਾੜਿਆ ਗਿਆ ਸੀ। ਕਹਿੰਦੇ ਸਨ ਕਿ ਅਰਬੀ ਪੜ੍ਹਾਉਣ ਵਾਲਾ ਹਿੰਦੂ ਜ਼ਰੂਰ ਜਿੰਨ ਬਣਿਆ ਹੋਵੇਗਾ। ਉਹ ਚੰਦਰਪਾਨ ਦੇ 4 ਕਿੱਲਿਆਂ ਉੱਪਰ ਵਿਛੀ ਟਾਕੀ ਵਾਲੇ ਸਿਵੇ ਕੋਲੋਂ ਬਚ ਕੇ ਨਿਕਲਣਾ ਚਾਹੁੰਦੇ ਸਨ, ਪਰ ਉਹਨਾਂ ਦੇ ਪੈਰ ਉਹਨਾਂ ਨੂੰ ਉਧਰ ਹੀ ਲੈ ਗਏ। ਜਗਨਨਾਥ ਨੇ ਕਿਹਾ, ਆਈ ਚੰਦਰਪਾਨ ਵਾਲੀ ਥਾਂ। ਇਹ ਸੁਣ ਕੇ ਲੇਖਕ ਦੇ ਸਿਰ ਤੋਂ ਬੋਰੀ ਡਿੱਗ ਪਈ, ਪਰ ਜਗਨਨਾਥ ਡਰ ਕੇ ਪਿੰਡ ਵੱਲ ਭੱਜ ਗਿਆ। ਉੱਥੇ ਬੋਰੀ ਚੁਕਾਉਣ ਵਾਲਾ ਕੋਈ ਨਾ ਹੋਣ ਕਰਕੇ ਉਹ ਨੇੜੇ ਦੇ ਇੱਕ ਖੂਹ ਉੱਤੇ ਚਲਾ ਗਿਆ ਤੇ ਸਵੇਰੇ ਕਿਸੇ ਕੋਲੋਂ ਬੋਰੀ ਚੁਕਾ ਕੇ ਘਰ ਪੁੱਜਾ। ਪ੍ਰਸ਼ਨ ਤੀਸਰਾ, ਜਿਹੜੀ ਜਾਣ ਪਹਿਚਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ। ਪ੍ਰਿੰਸੀਪਲ ਤੇਜਾ ਸਿੰਘ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਦੇ ਵਿੱਚ ਕੀਤੀ ਹੈ। ਉੱਤਰ, ਪ੍ਰਿੰਸੀਪਲ ਤੇਜਾ ਸਿੰਘ ਜਦੋਂ ਇਹ ਦੱਸਦਾ ਹੈ ਕਿ ਵੱਡਾ ਹੋ ਕੇ ਉਸਨੇ ਹਿੰਦੂ ਮਤ ਸੰਬੰਧੀ ਜਿਹੜੀ ਵਾਕਫੀ ਆਪਣੇ ਲੈਕਚਰਾਂ ਤੇ ਲਿਖਤਾਂ ਦੇ ਵਿੱਚ ਵਰਤੀ, ਉਹ ਬਚਪਨ ਵਿੱਚ ਲੂਣ ਸਬੂਣ ਵੇਚਣ ਵਾਲੇ ਪੰਡਿਤ ਈਸ਼ਰ ਦਾਸ ਤੋਂ ਪ੍ਰਾਪਤ ਕੀਤੀ ਸੀ, ਤਾਂ ਇਸ ਪ੍ਰਸੰਗ ਦੇ ਵਿੱਚ ਉਹ ਇਹ ਟਿੱਪਣੀ ਕਰਦਾ ਹੈ। ਪ੍ਰਿੰਸੀਪਲ ਤੇਜਾ ਸਿੰਘ ਨੂੰ ਪੜ੍ਹਾਈ ਕਰਨ ਦੇ ਵਿੱਚ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ ਤੇ ਉਸਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ। ਤੇਜਾ ਸਿੰਘ ਨੂੰ ਪੜ੍ਹਾਈ ਕਰਨ ਦੇ ਵਿੱਚ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ। 1902 ਵਿੱਚ ਜਦੋਂ ਉਸਨੇ 5ਵੀਂ ਪਾਸ ਕੀਤੀ ਤਾਂ ਉਸਦੇ ਮਾਪਿਆਂ ਨੇ ਉਸਨੂੰ ਅੱਗੇ ਪੜ੍ਹਾਉਣ ਵਿੱਚ ਕੋਈ ਦਿਲਚਸਪੀ ਨਾ ਦਿਖਾਈ ਅਤੇ ਉਸਨੂੰ ਘਰ ਦੇ ਕੰਮਾਂ ਦੇ ਵਿੱਚ ਲਾ ਦਿੱਤਾ। ਪਰ ਉਹ ਇਸ ਜ਼ਿੰਦਗੀ ਦੇ ਨਾਲ ਸੰਤੁਸ਼ਟ ਨਹੀਂ ਸੀ, ਉਹ ਵੱਧ ਤੋਂ ਵੱਧ ਪੜ੍ਹਨਾ ਚਾਹੁੰਦਾ ਸੀ। 1905 ਈਸਵੀ ਵਿੱਚ ਇੱਕ ਦਿਨ ਉਹ ਘਰਦਿਆਂ ਤੋਂ ਚੋਰੀ ਕੁਝ ਬੋਰੀਆਂ ਨਾਲ ਰਲ ਕੇ ਰਾਵਲਪਿੰਡੀ ਚਲਾ ਗਿਆ। ਇੱਥੇ ਉਹ ਇੱਕ ਹਿੰਦੂ ਬਿਰਧ ਦੇ ਘਰ ਘਰੇਲੂ ਨੌਕਰ ਲੱਗ ਗਿਆ। ਤੇਜਾ ਸਿੰਘ ਨੇ ਬਿਰਧ ਨੂੰ ਕਿਹਾ ਉਹ ਪੈਸੇ ਨਹੀਂ ਲਵੇਗਾ, ਕੇਵਲ ਰੋਟੀ ਦੇ ਨਾਲ ਪੜ੍ਹਨ ਲਈ ਖੁੱਲ੍ਹ ਤੇ ਸਮਾਂ ਹੀ ਲਵੇਗਾ। ਹੁਣ ਉਹ ਘਰੇਲੂ ਨੌਕਰ ਬਣ ਕੇ ਸਵੇਰੇ ਉੱਠ ਕੇ ਪਾਣੀ ਢੋਂਦਾ, ਭਾਂਡੇ ਮਾਂਜਦਾ ਅਤੇ ਫਿਰ 10 ਵਜੇ ਸਕੂਲ ਜਾਂਦਾ। ਸ਼ਾਮ ਨੂੰ ਪਰਤ ਕੇ ਉਹ ਫਿਰ ਕੰਮ ਕਰਦਾ ਜਾਂ ਬਾਜ਼ਾਰ ਸੌਦਾ ਪੱਤਾ ਖਰੀਦਣ ਜਾਂਦਾ। ਐਤਵਾਰ ਨੂੰ ਉਹ ਸਾਰੇ ਟੱਬਰ ਦੇ ਕੱਪੜੇ ਧੋਂਦਾ। ਰਾਤ ਨੂੰ ਆਰਾਮ ਕਰਕੇ ਉਹ 11 ਵਜੇ ਤੱਕ ਉਸ ਬਿਰਧ ਦੀਆਂ ਲੱਤਾਂ ਘੁੱਟਦਾ ਤੇ ਉਸ ਦੇ ਸੌ ਜਾਣ ਮਗਰੋਂ ਉਹ 1-2 ਵਜੇ ਤੱਕ ਪੜ੍ਹਦਾ ਰਹਿੰਦਾ। ਇਸ ਤਰ੍ਹਾਂ ਲੇਖਕ ਤੇਜਾ ਸਿੰਘ ਨੇ ਆਪਣੇ ਆਦਰਸ਼ ਲਈ ਨੀਵੇਂ ਦਰਜੇ ਦੇ ਕੰਮ ਨੂੰ ਵੀ ਨਫ਼ਰਤ ਨਾ ਕੀਤੀ ਅਤੇ ਮਿਹਨਤ, ਲਗਨ ਤੇ ਆਤਮ ਵਿਸ਼ਵਾਸ ਨਾਲ ਆਪਣੀ
ਆਪਣੀਆਂ ਪੜ੍ਹਾਈ ਸੰਬੰਧੀ ਔਕੜਾਂ ਨੂੰ ਦੂਰ ਕੀਤਾ। ਤੇਜਾ ਸਿੰਘ ਨੂੰ ਆਪਣੇ ਬਚਪਨ ਦੇ ਵਿੱਚ ਇਤਿਹਾਸ, ਮਿਥਿਹਾਸ, ਸਾਹਿਤ ਆਦਿ ਪ੍ਰਤੀ ਚੇਤਕ ਲਾਉਣ ਲਈ ਕਿਹੜੇ ਪ੍ਰੇਰਕ ਮਿਲੇ? ਆਪਣੇ ਸ਼ਬਦਾਂ ਦੇ ਵਿੱਚ ਲਿਖੋ। ਤੇਜਾ ਸਿੰਘ ਨੂੰ ਉਸਦੇ ਬਚਪਨ ਦੇ ਵਿੱਚ ਇਤਿਹਾਸ, ਮਿਥਿਹਾਸ ਤੇ ਸਾਹਿਤ ਪ੍ਰਤੀ ਚੇਤਕ ਲਾਉਣ ਵਾਲੇ ਬਹੁਤ ਸਾਰੇ ਪ੍ਰੇਰਕ ਮਿਲੇ। ਉਸ ਨੂੰ ਪ੍ਰਾਂਤਰ ਸਾਹਿਤ ਦੀ ਚੇਤਕ ਪਿੰਡ ਦੇ ਦੁਕਾਨਦਾਰ ਈਸ਼ਰ ਦਾਸ ਨੇ ਪਾਈ। ਉਸਨੇ ਉਸ ਨੂੰ ਰਾਮਾਇਣ, ਮਹਾਭਾਰਤ ਤੇ ਭਾਗਵਤ ਆਦਿ ਦੀਆਂ ਕਥਾ ਕਹਾਣੀਆਂ ਸੁਣਾ ਕੇ ਹੋਰ ਦਾ ਹੋਰ ਬਣਾ ਦਿੱਤਾ। ਹਿੰਦੁਸਤਾਨ ਦੇ ਮਿਥਿਹਾਸ ਤੇ ਨਾਟਕ ਵੱਲ ਲੇਖਕ ਦੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ੁਰੂ ਹੋਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ। ਇਹਨਾਂ ਵਿੱਚ ਉਸਨੇ ਰਾਣੀ ਤਾਰਾ ਮਤੀ ਦਾ ਪਾਠ ਅਦਾ ਕੀਤਾ। ਤੇਜਾ ਸਿੰਘ ਦੇ ਪਿੰਡ ਵਿੱਚ ਰਹਿੰਦਿਆਂ ਇੱਕ ਦੋ ਵਾਰੀ ਰਾਸਧਾਰੀਆਂ ਦੀਆਂ ਮੰਡਲੀਆਂ ਆਈਆਂ। ਉਹਨਾਂ ਦਾ ਡੇਰਾ ਉਹਨਾਂ ਦੇ ਗਵਾਂਢੀ ਬਖਸ਼ੀ ਜੈ ਕਿਸ਼ਨ ਦੇ ਘਰ ਹੁੰਦਾ ਸੀ। ਉਹਨਾਂ ਨੂੰ ਮਿਲਣ ਗਿਲਣ ਨਾਲ ਉਸਦੀ ਰੁਚੀ ਭਾਰਤ ਦੀਆਂ ਪੁਰਾਤਨ ਕਥਾ ਕਹਾਣੀਆਂ ਦੇ ਵਿੱਚ ਵੱਧਦੀ ਗਈ ਤੇ ਨਾਟਕੀ ਵਿਆਖਿਆ ਦਾ ਸ਼ੌਕ ਪੈਦਾ ਹੋ ਗਿਆ। ਉਹ ਜੈ ਕਿਸ਼ਨ ਦੇ ਘਰ ਪਈਆਂ ਪੁਰਾਣੀਆਂ ਲਿਖਤਾਂ ਤੇ ਫਾਈਲਾਂ ਨੂੰ ਬੜੇ ਚਾਅ ਦੇ ਨਾਲ ਵੇਖਦਾ ਹੁੰਦਾ ਸੀ। ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਰੁਚੀ ਸਰਗੋਧੇ ਦੇ ਮਾਸਟਰ ਲਾਲਾ ਕੁੰਦਲ ਲਾਲ ਨੇ ਜਗਾਈ। ਉਸਨੇ 7ਵੀਂ ਜਮਾਤ ਵਿੱਚ ਪੜ੍ਹਦੇ ਲੇਖਕ ਨੂੰ ਮੈਕਾਲੇ ਦੇ ਲੇਖਾਂ ਦੀ ਕਿਤਾਬ ਪੜ੍ਹਾ ਦਿੱਤੀ। ਉਸਨੇ ਲੇਖਕ ਦੀ ਥੀਏਟਰ ਵਿੱਚ ਵੀ ਰੁਚੀ ਜਗਾਈ। ਇਹਨਾਂ ਪ੍ਰਭਾਵਾਂ ਸਦਕਾ ਲੇਖਕ 7ਵੀਂ ਵਿੱਚ ਪੜ੍ਹਦਿਆਂ ਹੀ ਅੰਗਰੇਜ਼ੀ ਵਿੱਚ ਪੁਸਤਕ ਦੀ ਰਚਨਾ ਕਰਨ ਲੱਗ ਪਿਆ।